एवरीवन स्वागत है ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਆਰਕੇ ਸਟੱਡੀ ਆਈਕਿਊ ਵਿੱਚ। ਅੱਜ ਆਪਾਂ ਕਰਾਂਗੇ ਗਵਰਨਰ ਬਾਰੇ, ਰਾਜਪਾਲ ਬਾਰੇ ਐਮਸੀਕਿਊਜ਼। ਠੀਕ ਹੈ, ਤੇ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ ਬਿਨਾਂ ਦੇਰੀ ਦੇ, ਬਿਨਾਂ ਰੁਕਾਵਟ ਦੇ। ਪਹਿਲਾ ਕੁਐਸਚਨ ਅੱਜ ਦਾ ਤੁਹਾਡੇ ਲਈ, ਸੰਵਿਧਾਨ ਦੇ ਕਿਹੜੇ ਭਾਗ ਨੂੰ ਜਿਹੜਾ ਰਾਜ ਦਾ ਸੰਵਿਧਾਨ ਕਿਹਾ ਜਾਂਦਾ ਹੈ? ਰਾਜ ਦੇ ਸੰਵਿਧਾਨ ਬਾਰੇ ਜਿਹੜਾ ਕਿਹੜਾ ਆਰਟੀਕਲ ਜਿਹੜਾ ਕਿਹੜਾ ਭਾਗ ਹੈ, ਕਿਹੜਾ ਪਾਰਟ ਦਿੱਤਾ ਗਿਆ? ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੋਏਗਾ, ਇਸ ਕੁਐਸਚਨ ਦਾ ਰਾਈਟ ਆਨਸਰ ਹੈ बी 6। पार्ट 6 ਦੇ ਵਿੱਚ ਜਿਹੜੀ ਹੈ ਰਾਜ ਦੇ ਵਿਧਾਨ ਮੰਡਲ ਬਾਰੇ ਦਿੱਤਾ ਗਿਆ, ਰਾਜ ਦਾ ਸੰਵਿਧਾਨ ਬਾਰੇ। ਠੀਕ ਹੈ, ਕਿ ਇਸ ਦੇ ਵਿੱਚ ਰਾਜਪਾਲ ਹੋਏਗਾ, ਰਾਜ ਸਭਾ ਜਿਹੜੀ ਵਿਧਾਨ ਸਭਾ ਹੋਏਗੀ, ਵਿਧਾਨ ਪਰਿਸ਼ਦ ਹੋਏਗੀ। ਇਹ ਜਿਹੜਾ ਪਾਰਟ ਦਿੱਤਾ ਗਿਆ 6 ਵਿੱਚ ਦਿੱਤਾ ਗਿਆ। ਆਪਸ਼ਨ ਬੀ ਇਜ਼ ਰਾਈਟ ਹੋਏਗਾ। ਅਗਲਾ ਕੁਐਸਚਨ ਹੈ, ਰਾਜ ਦੀ ਕਾਰਜਪਾਲਿਕਾ ਦਾ ਸੰਵਿਧਾਨਿਕ ਪ੍ਰਮੁੱਖ ਕੌਣ ਹੁੰਦਾ ਹੈ? ਸੰਵਿਧਾਨਿਕ ਪ੍ਰਮੁੱਖ, ਇਸ ਕੁਐਸਚਨ ਦਾ ਰਾਈਟ ਆਨਸਰ ਹੋਏਗਾ ਬੀ, ਸੰਵਿਧਾਨਿਕ ਪ੍ਰਮੁੱਖ ਹੁੰਦਾ ਹੈ। ਆਪਸ਼ਨ ਬੀ ਇਜ਼ ਰਾਈਟ ਹੈ। ਰਾਜਪਾਲ ਜਿਹੜਾ ਹੈ ਕਾਰਜਪਾਲਿਕਾ ਦਾ ਸੰਵਿਧਾਨਿਕ ਪ੍ਰਮੁੱਖ ਹੁੰਦਾ ਹੈ, ਕੌਨਸਟੀਟਿਊਸ਼ਨਲ ਜਿਹੜੇ ਲੀਡਰ ਹੁੰਦੇ ਨੇ। ਓਕੇ, ਆਪਸ਼ਨ ਜਿਹੜੀ ਹੈ ਬੀ ਇਜ਼ ਰਾਈਟ ਹੋਏਗੀ, ਰਾਜਪਾਲ ਸੰਵਿਧਾਨਿਕ ਪ੍ਰਮੁੱਖ ਹੁੰਦੇ ਨੇ। ਅਗਲਾ ਕੁਐਸਚਨ, ਰਾਜਪਾਲ ਦੀ ਨਿਯੁਕਤੀ ਕਿਹੜੇ ਆਰਟੀਕਲ ਦੇ ਤਹਿਤ ਕੀਤੀ ਜਾਂਦੀ ਹੈ? ਰਾਜਪਾਲ ਦੀ ਜਿਹੜੀ ਅਪੁਆਇੰਟਮੈਂਟ ਹੈ ਕਿਹੜੇ ਆਰਟੀਕਲ ਦੇ ਤਹਿਤ ਕੀਤੀ ਜਾਂਦੀ ਹੈ? ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੋਏਗਾ ਆਪਸ਼ਨ ਜਿਹੜੀ ਹੈ ਡੀ, ਆਪਸ਼ਨ ਡੀ ਇਜ਼ ਰਾਈਟ ਹੋਏਗੀ। 155 155 ਦੇ ਤਹਿਤ ਜਿਹੜੀ ਹੈ ਰਾਜਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈ, ਆਰਟੀਕਲ 155 55। ਅਗਲਾ ਕੁਐਸਚਨ ਕਰਦੇ ਹਾਂ, ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? ਆਰਟੀਕਲ ਦੱਸਤਾ ਕਿਹੜੇ ਆਰਟੀਕਲ ਦੇ ਤਹਿਤ ਹੋਏਗੀ, 155। ਠੀਕ ਹੈ, ਤੇ ਨਿਯੁਕਤੀ ਅਪੁਆਇੰਟਮੈਂਟ ਕਰਦਾ ਕੌਣ ਹੈ? ਇਸ ਦਾ ਆਨਸਰ ਹੋਏਗਾ ਆਪਸ਼ਨ ਏ, ਰਾਸ਼ਟਰਪਤੀ। ਪ੍ਰੈਜ਼ੀਡੈਂਟ ਦੇ ਜਿਹੜੇ ਹੁੰਦੇ ਨੇ ਉਹ ਰਾਜ ਦੇ ਰਾਜਪਾਲ ਦੀ ਅਪੁਆਇੰਟਮੈਂਟ ਕਰਦੇ ਨੇ, ਨਿਯੁਕਤੀ ਕਰਦੇ ਨੇ। ਆਪਸ਼ਨ ਏ ਇਜ਼ ਰਾਈਟ ਹੋਏਗਾ। ਅਗਲਾ ਕੁਐਸਚਨ ਹੈ, ਕਿਹੜੀ ਸੰਵਿਧਾਨ ਸੰਸ਼ੋਧਨ ਦੁਆਰਾ ਕਿਹਾ ਗਿਆ ਕਿ ਇੱਕ ਹੀ ਵਿਅਕਤੀ ਦੋ ਜਾਂ ਦੋ ਵੱਧ ਤੋਂ ਵੱਧ ਜਿਹੜੀ ਹੈ ਇੱਕ ਹੀ ਵਿਅਕਤੀ ਹੈ ਜਿਹੜਾ ਦੋ ਜਾਂ ਦੋ ਤੋਂ ਵੱਧ ਰਾਜਾਂ ਦਾ ਰਾਜਪਾਲ ਨਿਯੁਕਤ ਕੀਤਾ ਜਾ ਸਕਦਾ ਹੈ। ਜਿਵੇਂ ਆਪਣਾ ਪੰਜਾਬ ਦਾ ਗਵਰਨਰ ਹੈ, ਉਹ ਹਰਿਆਣਾ ਜਾਂ ਫਿਰ ਰਾਜਸਥਾਨ ਦਾ ਵੀ ਗਵਰਨਰ ਹੋ ਸਕਦਾ। ਕਿਹੜਾ ਆਰਟੀਕਲ ਜਿਹੜਾ ਸੰਸ਼ੋਧਨ ਹੋਇਆ ਸੀ? ਇਹ ਹੋਇਆ ਸੀ ਆਪਸ਼ਨ ਸੀ ਇਜ਼ ਰਾਈਟ ਹੋਏਗਾ। 7ਵਾਂ ਸੰਵਿਧਾਨ ਸੰਸ਼ੋਧਨ 1956 ਵਿੱਚ ਹੋਇਆ ਸੀ, 1956 ਵਿੱਚ ਹੋਇਆ ਸੀ 7ਵਾਂ ਸੰਵਿਧਾਨ ਸੰਸ਼ੋਧਨ। ਉਸ ਦੇ ਅਕੋਰਡਿੰਗ ਕਿਹਾ ਗਿਆ ਸੀ ਕਿ ਜਿਹੜਾ ਇੱਕ ਵਿਅਕਤੀ ਹੈ ਉਹ ਜਿਹੜਾ ਦੋ ਤੋਂ ਵੱਧ ਰਾਜਾਂ ਦਾ ਰਾਜਪਾਲ ਨਿਯੁਕਤ ਕੀਤਾ ਜਾ ਸਕਦਾ ਹੈ। ਠੀਕ ਹੈ, ਓਕੇ, ਆਪਸ਼ਨ ਜਿਹੜੀ ਸੀ ਇਜ਼ ਰਾਈਟ ਹੋਏਗੀ। ਅਗਲਾ ਕੁਐਸਚਨ ਹੈ, ਰਾਜਪਾਲ ਕਿਸ ਦੇ ਸਾਹਮਣੇ ਆਪਣਾ ਪਦ ਧਾਰਨ ਕਰਦੇ ਹਨ? ਕਿਸ ਦੇ ਪ੍ਰਸਾਦ ਪ੍ਰਯੰਤ, ਕਿਸ ਦੇ ਪਲੇਜ਼ਰ ਉੱਤੇ, ਕਿਸ ਦੇ ਸਾਹਮਣੇ ਜਿਹੜਾ ਆਪਣਾ ਜਿਹੜੀ ਹੈ ਪਦ ਧਾਰਨ ਕਰਦੇ ਨੇ, ਸੀਟ ਪ੍ਰਾਪਤ ਕਰਦੇ ਨੇ? ਆਪਸ਼ਨ ਜਿਹੜੀ ਹੈ ਬੀ ਇਜ਼ ਰਾਈਟ ਹੋਏਗੀ, ਰਾਸ਼ਟਰਪਤੀ ਦੇ ਸਾਹਮਣੇ। ਠੀਕ ਹੈ, ਜਿਹੜੀ ਹੈ ਰਾਜਪਾਲ ਹੁੰਦੇ ਨੇ ਉਹ ਰਾਸ਼ਟਰਪਤੀ ਦੇ ਪਲੇਜ਼ਰ ਔਨ ਪ੍ਰੈਜ਼ੀਡੈਂਟ ਦੇ ਜਿਹੜੇ ਡਿਪੈਂਡ ਹੁੰਦੇ ਨੇ। ਓਕੇ, ਡਿਊਰਿੰਗ ਦੀ ਪਲੇਜ਼ਰ ਆਫ ਪ੍ਰੈਜ਼ੀਡੈਂਟ। ਅਗਲਾ ਕੁਐਸਚਨ ਹੈ, ਰਾਜਪਾਲ ਪਦ ਲਈ ਕਿਹੜੀ ਯੋਗਤਾ ਹੋਣੀ ਚਾਹੀਦੀ ਹੈ? ਜੇਕਰ ਕੋਈ ਰਾਜਪਾਲ ਬਣਨਾ ਚਾਹੁੰਦਾ ਹੈ ਤਾਂ ਉਸ ਦੇ ਵਿੱਚ ਕਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ? ਭਾਰਤ ਦਾ ਨਾਗਰਿਕ ਹੋਵੇ, ਜਿਹੜੇ 35 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੋਵੇ, ਜਾਂ ਫਿਰ ਕਿਸੇ ਲਾਭ ਦੇ ਪਦ 'ਤੇ ਨਾ ਹੋਵੇ। ਉਪਰੋਕਤ ਜਿਹੜੀ ਹੈ ਸਾਰੇ ਆਲ ਆਫ ਦੀ ਅਬਾਵ ਜਿਹੜੀ ਸਾਰੇ ਸਹੀ ਨੇ। ਇਹ ਜਿਹੜੀ ਯੋਗਤਾ ਰਾਜਪਾਲ ਦੇ ਵਿੱਚ ਹੋਣੀ ਚਾਹੀਦੀ ਹੈ, ਆਪਸ਼ਨ ਡੀ। ਠੀਕ ਹੈ, ਅਗਲਾ ਕੁਐਸਚਨ ਹੈ, ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਜਿਹੜਾ ਉਸ ਦਾ ਟਾਈਮ ਪੀਰੀਅਡ ਹੁੰਦਾ ਹੈ, ਟੈਨਿਓਰ ਹੁੰਦਾ ਹੈ, ਕਿੰਨਾ ਹੁੰਦਾ ਹੈ? ਇਸ ਕੁਐਸਚਨ ਦਾ ਰਾਈਟ ਆਨਸਰ ਹੋਏਗਾ ਏ, 5 ਸਾਲ ਹੁੰਦੇ ਨੇ ਵੈਸੇ ਤਾਂ, ਬਟ ਉਸ ਦਾ ਜਿਹੜਾ ਹੈ ਡਿਊਰਿੰਗ ਦੀ ਪਲੇਜ਼ਰ ਔਨ ਰਾਸ਼ਟਰਪਤੀ ਪ੍ਰੈਜ਼ੀਡੈਂਟ ਦੇ ਅਕੋਰਡਿੰਗ ਹੀ ਡਿਪੈਂਡ ਕਰਦਾ ਹੈ। ਠੀਕ ਹੈ, ਵੈਸੇ ਸਮਾਨਯ 5 ਸਾਲ ਹੀ ਹੁੰਦਾ। ਆਪਣਾ ਜਿਹੜਾ ਕੁਐਸਚਨ ਆਏਗਾ ਤਾਂ ਇਹਦੇ ਵਿੱਚ ਆਪਾਂ 5 ਸਾਲ ਹੀ ਲਗਾਵਾਂਗੇ, ਆਪਸ਼ਨ ਏ। ਅਗਲਾ ਕੁਐਸਚਨ ਹੈ, ਰਾਜਪਾਲ ਨੂੰ 5 ਸਾਲ ਪੂਰੇ ਹੋਣ ਤੋਂ ਪਹਿਲਾਂ ਕੌਣ ਪਦ ਤੋਂ ਹਟਾ ਸਕਦਾ ਹੈ? ਰਾਸ਼ਟਰਪਤੀ ਜਿਹੜੇ ਰਾਜਪਾਲ ਨੂੰ ਪਦ ਪੂਰੇ ਜਿਹੜੀ ਹੈ ਉਸ ਦਾ ਟਾਈਮ ਪੀਰੀਅਡ ਹੋਣ ਤੋਂ ਪਹਿਲਾਂ ਹੀ, ਪੂਰਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਹਟਾ ਸਕਦਾ ਹੈ। ਕੌਣ? ਰਾਸ਼ਟਰਪਤੀ। ਆਪਸ਼ਨ ਏ ਇਜ਼ ਰਾਈਟ ਹੋਏਗਾ। ਰਾਸ਼ਟਰਪਤੀ ਨੂੰ ਇਹ ਜਿਹੜਾ ਅਧਿਕਾਰ ਹੈ ਹੋਰ ਕਿਸੇ ਨੂੰ ਵੀ ਨਹੀਂ ਕਿ ਰਾਜਪਾਲ ਦਾ ਜਿਹੜਾ ਹੈ ਰਾਜਪਾਲ ਨੂੰ ਕੋਈ ਵੀ ਹਟਾ ਸਕੇ। ਆਪਸ਼ਨ ਏ ਇਜ਼ ਰਾਈਟ ਹੋਏਗਾ, ਰਾਸ਼ਟਰਪਤੀ। ਵਰਤਮਾਨ ਵਿੱਚ ਪੰਜਾਬ ਦੇ ਜਿਹੜੇ ਹੈ ਰਾਜਪਾਲ ਕੌਣ ਹਨ? ਵਰਤਮਾਨ ਵਿੱਚ ਜਿਹੜੀ ਹੈ ਕਰੰਟਲੀ ਪੰਜਾਬ ਦੇ ਗਵਰਨਰ ਕੌਣ ਹਨ? ਰਾਣਾ KP ਸਿੰਘ, ਵਿਜੇਂਦਰ ਸਿੰਘਲਾ, ਬਨਵਾਰੀ ਲਾਲ ਪੁਰੋਹਿਤ ਜਾਂ ਫਿਰ ਹਰਭਜਨ ਚੀਨਾ? ਆਪਸ਼ਨ ਸੀ ਇਜ਼ ਰਾਈਟ ਹੋਏਗਾ, ਬਨਵਾਰੀ ਲਾਲ ਪੁਰੋਹਿਤ ਜਿਹੜੇ ਨੇ ਪੰਜਾਬ ਦੇ ਗਵਰਨਰ ਨੇ। ਇਹ ਕੁਐਸਚਨ ਐਗਜ਼ਾਮ 'ਚ ਪੱਕਾ ਆਏਗਾ। ਠੀਕ ਹੈ, ਰਾਜਪਾਲ ਨੂੰ ਸ਼ਪਥ ਕੌਣ ਦਵਾਉਂਦਾ ਹੈ? ਓਥ ਕੌਣ ਦਵਾਉਂਦਾ ਹੈ ਰਾਜਪਾਲ ਨੂੰ? ਇਸ ਕੁਐਸਚਨ ਦਾ ਰਾਈਟ ਆਨਸਰ ਹੋਏਗਾ ਬੀ, ਚੀਫ ਜਸਟਿਸ ਆਫ ਸਟੇਟ।
ਜਿਹੜਾ ਹਾਈ ਕੋਰਟ ਦਾ ਚੀਫ ਜਸਟਿਸ ਹੁੰਦਾ ਹੈ, ਸਟੇਟ ਦੇ ਵਿੱਚ ਹਾਈ ਕੋਰਟ ਹੁੰਦੀ ਹੈ, ਉਸ ਦੇ ਵਿੱਚ ਚੀਫ ਜਸਟਿਸ ਹੁੰਦਾ ਹੈ, ਉਹ ਜਿਹੜਾ ਹੈ ਰਾਜਪਾਲ ਨੂੰ ਸ਼ਪਥ ਦਿਵਾਉਂਦਾ, ਓਥ ਦਿਵਾਉਂਦਾ ਹੈ, ਠੀਕ ਹੈ, ਸਟੇਟ ਦਾ। ਅਗਲਾ ਕੁਐਸਚਨ ਹੈ ਮੁੱਖ ਨਿਆਇਧੀਸ਼ ਦੀ ਗੈਰ ਹਾਜ਼ਰੀ ਵਿੱਚ ਰਾਜਪਾਲ ਨੂੰ ਸ਼ਪਥ ਕੌਣ ਦਿਵਾਉਂਦਾ ਹੈ? ਜੇਕਰ ਚੀਫ ਜਸਟਿਸ ਜਿਹੜਾ ਹੈ ਨਾ ਹੋਵੇ, ਐਬਸੈਂਟ ਹੋਵੇ, ਤਾਂ ਉਸ ਦੀ ਜਿਹੜੀ ਗੈਰ ਹਾਜ਼ਰੀ ਵਿੱਚ ਕੌਣ ਸ਼ਪਥ ਦਿਵਾਉਂਦਾ? ਆਪਸ਼ਨ ਜਿਹੜੀ ਡੀ ਇਜ਼ ਰਾਈਟ ਹੋਏਗੀ। ਸੀਨੀਅਰ ਮੋਸਟ ਜੱਜ ਹੁੰਦੇ ਨੇ, ਉਹ ਜਿਹੜੀ ਹੈ ਰਾਜਪਾਲ ਨੂੰ, ਗਵਰਨਰ ਨੂੰ ਓਥ ਦਿਵਾਉਂਦੇ ਨੇ, ਆਪਸ਼ਨ ਡੀ। ਅਗਲਾ ਕੁਐਸਚਨ ਹੈ ਰਾਜਪਾਲ ਕਿਹੜੇ ਵਿਧੇਇਕ ਨੂੰ ਪੁਨਰ ਵਿਚਾਰ ਲਈ ਵਿਧਾਨ ਸਭਾ ਵਿੱਚ ਵਾਪਸ ਨਹੀਂ ਭੇਜ ਸਕਦੇ? ਜਿਹੜਾ ਹੈ ਦੁਬਾਰਾ ਨਹੀਂ ਭੇਜ ਸਕਦੇ ਜਿਹੜੀ ਹੈ ਵਿਧਾਨ ਸਭਾ ਵਿੱਚ, ਕਿਹੜਾ ਵਿਧੇਇਕ ਹੈ ਉਹ ਹੋਏਗਾ ਆਪਸ਼ਨ ਬੀ ਇਜ਼ ਰਾਈਟ, ਧਨ ਵਿਧੇਇਕ। ਜਿਹੜਾ ਸਧਾਰਨ ਵਿਧੇਇਕ ਹੈ ਉਹ ਉਸ ਨੂੰ ਭੇਜ ਸਕਦੇ ਨੇ, ਬਟ ਜਿਹੜਾ ਸੰਵਿਧਾਨ ਸੰਸ਼ੋਧਨ ਵਿਧੇਇਕ ਦਿੱਤਾ ਗਿਆ ਇਹ ਜਿਹੜੀ ਹੈ ਰਾਜਾਂ ਵਿੱਚ ਨਹੀਂ ਹੁੰਦਾ, ਇਹ ਜਿਹੜੀ ਹੈ ਸੈਂਟਰ ਵਿੱਚ ਹੁੰਦਾ ਹੈ ਸੰਵਿਧਾਨ ਸੰਸ਼ੋਧਨ ਵਿਧੇਇਕ ਜਿਹੜਾ ਪੇਸ਼ ਕੀਤਾ ਜਾਂਦਾ, ਠੀਕ ਹੈ। ਇਸ ਵਾਸਤੇ ਇਹਨਾਂ ਆਪਸ਼ਨਾਂ ਵਿੱਚੋਂ ਜਿਹੜੀ ਹੈ ਬੀ ਆਪਸ਼ਨ ਰਾਈਟ ਹੋਏਗੀ, ਧਨ ਵਿਧੇਇਕ ਨੂੰ ਜਿਹੜੀ ਹੈ ਰਾਜਪਾਲ ਵਾਪਿਸ ਨਹੀਂ ਭੇਜ ਸਕਦੇ, ਕਿਉਂਕਿ ਉਹਨਾਂ ਦੀ ਅਨੁਮਤੀ ਦੇ ਬਾਅਦ ਹੀ ਜਿਹੜਾ ਧਨ ਵਿਧੇਇਕ ਪੇਸ਼ ਕੀਤਾ ਜਾਂਦਾ ਹੈ, ਠੀਕ ਹੈ। ਇਸ ਕਰਕੇ ਜਿਹੜੀ ਹੈ ਰਾਜਪਾਲ ਹੋਏ ਜਾਂ ਰਾਸ਼ਟਰਪਤੀ ਹੋਏ ਵਾਪਿਸ ਨਹੀਂ ਭੇਜ ਸਕਦੇ। ਅਗਲਾ ਕੁਐਸਚਨ ਹੈ ਰਾਜਪਾਲ ਸੋਨੇ ਦੇ ਪਿੰਜਰੇ ਵਿੱਚ ਨਿਵਾਸ ਕਰਨ ਵਾਲੀ ਚਿੜੀਆ ਦੇ ਸਮਾਨ ਹੈ? ਕਿਸਨੇ ਕਿਹਾ ਸੀ? ਜਿਹੜਾ ਰਾਜਪਾਲ ਹੈ ਉਹ ਸੋਨੇ ਦੇ ਪਿੰਜਰੇ ਵਿੱਚ ਨਿਵਾਸ ਕਰਨ ਵਾਲੀ ਚਿੜੀਆ ਦੇ ਸਮਾਨ ਹੈ, ਮਤਲਬ ਕਿ ਉਸ ਨੂੰ ਜਿਹੜੀਆਂ ਸ਼ਕਤੀਆਂ ਤਾਂ ਦਿੱਤੀਆਂ ਗਈਆਂ ਨੇ, ਬਟ ਉਸ ਦਾ ਉਹ ਪ੍ਰਯੋਗ ਨਹੀਂ ਕਰ ਸਕਦਾ ਖੁਦ, ਇਸ ਵਾਸਤੇ ਉਹ ਜਿਹੜੀ ਹੈ ਪਿੰਜਰੇ ਦੇ ਸਮਾਨ ਹੈ। ਇਹ ਵਰਡ ਕਿਹਾ ਸੀ ਸਰੋਜਨੀ ਨਾਇਡੂ ਨੇ, ਆਪਸ਼ਨ ਬੀ ਇਜ਼ ਰਾਈਟ ਹੋਏਗੀ। ਸਰੋਜਨੀ ਨਾਇਡੂ ਨੇ ਕਿਹਾ ਸੀ ਇਹ ਜਿਹੜੀ ਹੈ ਸੋਨੇ ਦੇ ਪਿੰਜਰੇ ਦੇ ਨਿਵਾਸ ਦੇ ਸਮਾਨ ਹੁੰਦੇ ਨੇ। ਅਗਲਾ ਕੁਐਸਚਨ ਹੈ ਰਾਜਪਾਲ ਨੂੰ ਕਿਹੜੇ ਆਰਟੀਕਲ ਦੇ ਤਹਿਤ ਆਦੇਸ਼ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਹੈ? ਅਧਿਆਦੇਸ਼ ਆਰਡੀਨੈਂਸ ਜਿਹੜੀ ਹੈ ਬਿੱਲ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਹੈ, ਕਿਹੜੇ ਆਰਟੀਕਲ ਦੇ ਤਹਿਤ? ਇਹ ਕੁਐਸਚਨ ਜਿਹੜਾ ਹੋਏਗਾ ਆਪਸ਼ਨ ਸੀ ਇਜ਼ ਰਾਈਟ ਹੋਏਗਾ, ਆਰਟੀਕਲ 213 213 ਜਿਹੜਾ ਆਰਟੀਕਲ ਹੈ 213, ਇਸ ਦੇ ਅਕੋਰਡਿੰਗ ਜਿਹੜਾ ਰਾਜਪਾਲ ਹੈ, ਗਵਰਨਰ ਹੈ, ਉਹ ਅਧਿਆਦੇਸ਼ ਜਾਰੀ ਕਰ ਸਕਦੇ ਨੇ। ਆਪਸ਼ਨ ਸੀ 213 ਦੇ ਅਕੋਰਡਿੰਗ ਰਾਜਪਾਲ ਗਵਰਨਰ ਆਪਣਾ ਜਿਹੜਾ ਤਿਆਗ ਪੱਤਰ ਹੈ, ਰਿਜ਼ਾਈਨ ਹੈ, ਕਿਸ ਨੂੰ ਦਿੰਦੇ ਨੇ? ਰਿਜ਼ਾਈਨ ਕਿਸ ਨੂੰ ਦਿੰਦੇ ਨੇ? ਆਪਸ਼ਨ ਜਿਹੜੀ ਹੈ ਬੀ ਇਜ਼ ਰਾਈਟ ਹੋਏਗੀ, ਰਾਸ਼ਟਰਪਤੀ ਨੂੰ ਜਿਹੜੀ ਹੈ, ਪ੍ਰੈਜ਼ੀਡੈਂਟ ਨੂੰ ਆਪਣਾ ਰਿਜ਼ਾਈਨ ਦਿੰਦੇ ਨੇ ਗਵਰਨਰ, ਆਪਸ਼ਨ ਬੀ। ਕਿਹੜੇ ਆਰਟੀਕਲ ਦੇ ਤਹਿਤ ਗਵਰਨਰ ਨੂੰ ਮਾਫ ਕਰਨ ਦੀ ਸ਼ਕਤੀ ਦਿੱਤੀ ਗਈ ਹੈ? ਕਿਸੇ ਨੂੰ ਵੀ ਜਿਹੜੀ ਹੈ ਕੋਈ ਸਜ਼ਾ ਮਿਲੀ ਹੋਈ ਹੈ ਉਸ ਨੂੰ ਮਾਫ ਕਰਨ ਦੀ ਜਿਹੜੀ ਸ਼ਕਤੀ ਦਿੱਤੀ ਗਈ ਹੈ, ਠੀਕ ਹੈ। ਇਹ ਆਰਟੀਕਲ ਹੈ 161 161 ਦੇ ਅਕੋਰਡਿੰਗ ਜਿਹੜੀ ਹੈ ਰਾਜਪਾਲ ਗਵਰਨਰ ਹੈ ਉਸ ਨੂੰ ਮਾਫ ਕਰਨ ਦੀ ਸ਼ਕਤੀ ਦਿੱਤੀ ਗਈ ਹੈ, ਤੇ ਸਟੇਟ ਵਿੱਚ ਜਿਹੜੀ ਸੈਂਟਰ ਵਿੱਚ ਰਾਸ਼ਟਰਪਤੀ ਨੂੰ ਦਿੱਤੀ ਗਈ 72 ਦੇ ਅਕੋਰਡਿੰਗ, ਓਕੇ। ਕਿਸੇ ਰਾਜ ਦੀ ਯੂਨੀਵਰਸਿਟੀ ਹੈ ਜਾਂ ਫਿਰ ਵਿਸ਼ਵ ਵਿਦਿਆਲਿਆ ਹੈ, ਉਸ ਦਾ ਕੁਲਪਤੀ ਜਾਂ ਫਿਰ ਚਾਂਸਲਰ ਕੌਣ ਹੁੰਦਾ ਹੈ? ਕਿਸੇ ਰਾਜ ਦੀ ਯੂਨੀਵਰਸਿਟੀ ਦਾ ਕੁਲਪਤੀ ਜਾਂ ਫਿਰ ਚਾਂਸਲਰ ਕੌਣ ਹੁੰਦਾ ਹੈ? ਇਸ ਦਾ ਆਪਸ਼ਨ ਜਿਹੜੀ ਹੈ ਏ ਇਜ਼ ਰਾਈਟ ਹੋਏਗੀ, ਰਾਜ ਦਾ ਰਾਜਪਾਲ ਹੁੰਦਾ ਹੈ, ਗਵਰਨਰ ਹੁੰਦਾ ਹੈ, ਉਹ ਜਿਹੜੀ ਹੈ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ ਹੈ, ਆਪਸ਼ਨ ਏ ਇਜ਼ ਰਾਈਟ ਹੋਏਗਾ। ਅਗਲਾ ਕੁਐਸਚਨ ਹੈ ਕਿਸੇ ਰਾਜ ਦੇ ਰਾਜਪਾਲ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ, ਰਾਸ਼ਟਰਪਤੀ ਦੀ ਇੱਛਾ ਅਨੁਸਾਰ ਪਦ ਤੇ ਰਹਿੰਦੇ ਨੇ, ਰਾਜ ਦੀ ਕਾਰਜਪਾਲਿਕਾ ਦਾ ਮੁਖੀ ਹੁੰਦਾ ਹੈ, ਉਪਰੋਕਤ ਸਾਰੇ ਸਹੀ ਹਨ। ਬਿਲਕੁਲ ਸਹੀ ਆਪਸ਼ਨ ਡੀ ਇਜ਼ ਰਾਈਟ ਹੋਏਗਾ, ਸਾਰੇ ਜਿਹੜੇ ਰਾਜਪਾਲ ਬਾਰੇ ਜਿਹੜੇ ਸਾਰੇ ਸਹੀ ਨੇ ਉਹ ਪੁਆਇੰਟ। ਰਾਸ਼ਟਰਪਤੀ ਨਿਯੁਕਤ ਕਰਦਾ ਹੈ ਤੇ ਰਾਸ਼ਟਰਪਤੀ ਦੀ ਇੱਛਾ ਅਨੁਸਾਰ ਜਿਹੜੇ ਪਦ ਤੇ ਰਹਿੰਦੇ ਨੇ ਡਿਊਰਿੰਗ ਦੀ ਪਲੇਜ਼ਰ ਔਨ ਰਾਸ਼ਟਰਪਤੀ, ਤੇ ਰਾਜਪਾਲ ਦੀ ਜਿਹੜੀ ਕਾਰਜਪਾਲਿਕਾ ਹੁੰਦੀ ਹੈ ਉਸ ਦਾ ਮੁਖੀ ਹੁੰਦਾ ਹੈ ਜਿਹੜਾ ਗਵਰਨਰ, ਤੇ ਉਪਰੋਕਤ ਸਾਰੇ ਹੀ ਸਹੀ ਨੇ। ਅਗਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਪਾਲ ਨਾਲ ਸੰਬੰਧਿਤ ਗਲਤ ਕਥਨ ਹੈ? ਆਪਸ਼ਨ ਏ ਵਿੱਚ ਦਿੱਤਾ ਹੈ ਕਿ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ, ਸਹੀ ਹੈ। ਇੱਕ ਤੋਂ ਵੱਧ ਰਾਜ ਦਾ ਰਾਜਪਾਲ ਹੁੰਦਾ, ਇਹ ਵੀ ਸਹੀ ਹੈ, ਆਪਾਂ ਸੰਸ਼ੋਧਨ ਵੀ ਪੜ੍ਹ ਲਿਆ ਸੀ। ਅਗਲਾ ਜਿਹੜੀ 3 ਆਪਸ਼ਨ ਦਿੱਤੀ ਹੈ 5 ਸਾਲ ਤੱਕ ਪਦ ਤੇ ਰਹਿੰਦੇ ਨੇ, ਇਹ ਵੀ ਆਪਾਂ ਕਰ ਲਿਆ। ਰਾਜ ਦੀ ਵਿਧਾਨਪਾਲਿਕਾ ਰਾਜਪਾਲ ਨੂੰ ਪਦ ਤੋਂ ਹਟਾ ਸਕਦੀ ਹੈ, ਬਿਲਕੁਲ ਗਲਤ ਹੈ ਜੀ, ਬਿਲਕੁਲ ਗਲਤ ਹੈ। ਇਹ ਆਪਸ਼ਨ ਸਹੀ ਹੋਏਗੀ, ਜਿਹੜਾ ਵਿਧਾਨਪਾਲਿਕਾ ਹੈ ਉਹ ਰਾਜਪਾਲ ਨੂੰ, ਗਵਰਨਰ ਨੂੰ ਪਦ ਤੋਂ ਨਹੀਂ ਹਟਾ ਸਕਦੀ। ਕੌਣ ਹਟਾ ਸਕਦੇ ਨੇ? ਓਨਲੀ ਫੋਰ ਪ੍ਰੈਜ਼ੀਡੈਂਟ ਨੇ ਓਨਲੀ, ਉਹ ਜਿਹੜੇ ਗਵਰਨਰ ਨੂੰ ਪਦ ਤੋਂ ਹਟਾ ਸਕਦੇ ਨੇ, ਆਪਸ਼ਨ ਡੀ ਇਜ਼ ਰਾਈਟ ਹੋਏਗਾ। ਅਗਲਾ ਕੁਐਸਚਨ ਹੈ ਰਾਜਪਾਲ ਨੂੰ ਵੇਤਨ ਅਤੇ ਭੱਤੇ ਦਿੱਤੇ ਜਾਂਦੇ ਨੇ ਕਿਹੜੀ ਸੰਚਿਤ ਨਿਧੀ ਦੁਆਰਾ? ਕਿਹੜੇ ਫੰਡ ਦੁਆਰਾ ਜਿਹੜੀ ਹੈ ਵੇਤਨ, ਸੈਲਰੀ, ਜਿਹੜੇ ਭੱਤੇ ਦਿੱਤੇ ਜਾਂਦੇ ਨੇ? ਆਪਸ਼ਨ ਜਿਹੜੀ ਰਾਜਪਾਲ ਦੀ ਸੰਚਿਤ ਨਿਧੀ ਤੋਂ, ਆਪਸ਼ਨ ਏ ਇਜ਼ ਰਾਈਟ ਹੋਏਗੀ। ਸਟੇਟ ਦੀ ਜਿਹੜੀ ਹੈ ਸੰਚਿਤ ਨਿਧੀ ਹੁੰਦੀ ਹੈ, ਰਾਜ ਦੀ ਸੰਚਿਤ ਨਿਧੀ, ਉਸ ਤੋਂ ਜਿਹੜੀ ਹੈ ਕੰਸੋਲੀਡੇਟਡ ਫੰਡ ਆਫ ਸਟੇਟ ਤੋਂ ਦਿੱਤੀ ਜਾਂਦੀ ਹੈ, ਆਪਸ਼ਨ ਏ ਇਜ਼ ਰਾਈਟ ਹੋਏਗੀ। ਅਗਲਾ ਕੁਐਸਚਨ ਹੈ ਭਾਰਤ ਵਿੱਚ ਕਿਸੇ ਰਾਜ ਦੀ ਰਾਜਪਾਲ ਬਣਨ ਵਾਲੀ ਪਹਿਲੀ ਮਹਿਲਾ ਕੌਣ ਸੀ? ਪਹਿਲੀ ਮਹਿਲਾ
पहली वूमेन कौन सी जिहड़ी राज्यपाल बनी सी? ऑप्शन बी इज राइट है सरोजनी नायडू। उत्तर प्रदेश के जिहड़ी है गवर्नर बने सी उत्तर प्रदेश भी सरोजनी नायडू। ऑप्शन बी इज राइट होएगा। अगला क्वेश्चन है भारतीय संविधान विच हेठ लिखे विचों किस दे विरुद्ध महाभियोग चलाउण दा प्रावधान नहीं है? किस दे विरुद्ध महाभियोग जिहड़ी है इंपीचमेंट है चलाउण दा प्रावधान नहीं किया गया? राष्ट्रपति के विरुद्ध, उपराष्ट्रपति, न्यायाधीश के विरुद्ध या फिर राज्य के राज्यपाल के विरुद्ध? ऑप्शन डी इज राइट होएगा क्योंकि इसके विरुद्ध कोई इंपीचमेंट नहीं चलाई जाती किसी संसद विच या विधान सभा विच। ठीक है, इसनूं जिहड़ी है राष्ट्रपति सीधा पद तो हटा सकते हैं। ऑप्शन डी इज राइट होएगा। अगला क्वेश्चन है राज के संबंध विच हेठ लिखियां विचों किहड़ा कथन गलत है? गवर्नर के संबंधित ਉਹ ਰਾਜ ਦੀ ਵਿਧਾਇਕਾ ਦਾ ਅੰਗ ਹੁੰਦਾ ਹੈ, ਉਹ ਮੌਤ ਦੀ ਸਜ਼ਾ ਨੂੰ ਮਾਫ ਕਰ ਸਕਦਾ ਹੈ, ਉਸ ਕੋਲ ਆਪਾਤਕਾਲੀਨ ਸ਼ਕਤੀਆਂ ਨਹੀਂ ਹਨ, ਉਹ ਰਾਜ ਦੇ ਹਾਈ ਕੋਰਟ ਨਿਆਇਧੀਸ਼ ਦੀ ਨਿਯੁਕਤੀ ਨਹੀਂ ਕਰਦਾ। ਇਸ ਕੁਐਸਚਨ ਦਾ ਰਾਈਟ ਆਨਸਰ ਬੀ ਹੋਏਗਾ, ਉਹ ਮੌਤ ਦੀ ਸਜ਼ਾ ਨੂੰ ਮਾਫ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜੀ ਹੈ ਕਹਿ ਸਕਦੇ ਹਾਂ ਆਪਾਂ कि मौत की सज़ा ਨੂੰ माफ़ करने का जोड़ा अधिकार है वो राष्ट्रपति को दिता गया है, बट जी है राज्यपाल इसके अधिकार नहीं है और राज्यपाल को। ठीक है, मौत की सज़ा को जी माफ़ नहीं कर सकते। वैसे कोई सज़ा मिली हुई छोटी मोटी वो माफ़ कर सकते हैं बट मौत की सज़ा नहीं। तो जी है डी ऑप्शन दी गई है कि हाई कोर्ट के न्यायाधीश की नियुक्ति नहीं करते, ये नियुक्ति कौन करते हैं? राष्ट्रपति। ठीक है, ये सही है बिल्कुल। अगला क्वेश्चन है नवीं राज के गठन की शक्ति किस कोल है? जेकर कोई नवा राज बनाना हो या फिर राज विधान परिषद बनानी हो, इस ते जिहड़ी है कौन शक्ति किसते कोल है? ऑप्शन डी इज राइट होएगी, संसद कोल है ये शक्ति। आप पढ़े सी राज का गठन करना होए जिहड़ा आर्टिकल 2 विच दिता गया है संसद कोल। संविधान के अनुसार राज की विधायिका विच शामिल है, राज की विधायिका होंदी नहीं, विधान मंडल होंदा है, उस विच कौन कौन शामिल होंदा है? उस कौन कौन शामिल होंदा है? ऑप्शन जी सी इज राइट होएगी, राज्यपाल होंदा है, गवर्नर होंदा है, विधान परिषद होंदी है, विधान सभा होंदी है। ठीक है, तीनों ही होंदे ने बट जी है जिथे इसकी स्थापना होए विधान परिषद होए जिस राज्य में वो जी है मिल के राज्यपाल, विधान सभा ते विधान परिषद तीनों मिल के जी है विधान मंडल का निर्माण करते हैं। ठीक है, जिथे ना होवे विधान परिषद उत्थे जी है विधान सभा ते जी है विधान सभा ते राज्यपाल। ओके, ऑप्शन के अकॉर्डिंग लगानी है कि जी राज्यपाल, विधान सभा, विधान परिषद जिथे ऐसी स्थापना हुई ये ऑप्शन में आवे तो ये लगाना तुसी, या फिर राज्य सभा अते राज्यपाल। ओके, सॉरी विधान सभा अते राज्यपाल जी दोनों मिलके जी है विधान मंडल का निर्माण करते हैं। 1 सेकेंड, केड़ा क्वेश्चन कर रहे सी? हाँ जी, नवा गठन हो गया, ये हो गया। अगला क्वेश्चन है भारत विच किहड़े राज विच समान कोड सिविल कोड संहिता जिहड़ी है लागू है? सिविल समान सिविल कोड है जिहड़ा लागू है किहड़े राज विच? इस क्वेश्चन का राइट आंसर सी होएगा, गोवा विच जिहड़ी है समान सिविल कोड लागू हैगा। ऑप्शन सी इज राइट है, एक राज है जिथे लागू है। अगला क्वेश्चन है किस प्रकार की विधेयक नूं राज्यपाल राष्ट्रपति के विचार लिए सुरक्षित रख सकते हैं, रिजर्व रख सकते हैं? किहड़ा जिहड़ा विधेयक है उसनों? ऑप्शन जी है ए इज राइट होएगी, हाई कोर्ट दियां शक्तियां विच कमी करने वाले विधेयक जी है कोई भी सब जो हाई कोर्ट होंदा उस शक्तियां दी जी पावर होंदी है उस कमी करनी होवे तां उस जी विधेयक नूं राष्ट्रपति दे लई सुरक्षित रख सकते हैं गवर्नर। ऑप्शन जी ए इज राइट होएगी। ठीक है, अगला क्वेश्चन है 29 राज्यपाल नूं विधानमंडल द्वारा पारित किसी विधेयक नूं एक बार पुनर विचार लिए वापस करने का अधिकार दिता गया है कि आर्टिकल के तहत जोड़ा गवर्नर है वो जोड़ा वापस कर सकता है किसी विधेयक नूं। ठीक है, इस क्वेश्चन का राइट आंसर ये होएगा आर्टिकल 200। ऑप्शन जी ए इज राइट होएगा 200, आर्टिकल 200 के तहत जी है पुनर विचार के लिए वापस कर सकते हैं। ऑप्शन ए। ओके, अगला क्वेश्चन है वर्तमान में कुल किन्ने राज्यों में विधान परिषद है? वर्तमान में कुल किन्ने राज्यों में विधान परिषद है? ऑप्शन जी बी इज राइट होएगी, 6 जी राज्यों में विधान परिषद शामिल है। किहड़े ने ये तुसी ए वर्ड याद रख लो, AT कुंभ, KUMB कुंभ। किहड़े राज बन गए ये? जिहड़ा आंध्र प्रदेश, कर्नाटक तेलंगाना, आंध्र प्रदेश, तेलंगाना, कर्नाटक, उत्तर प्रदेश, महाराष्ट्र ते बिहार, ये चारों जी 6 ने 6 के विच जी है विधान परिषद शामिल है। ठीक है, दोबारा AT कुंभ तुसी याद रखना है। 8 कुंभ ए दा बन गया आंध्र प्रदेश,
ਟੀ ਦਾ ਬਣ ਗਿਆ ਤੇਲੰਗਾਨਾ, ਕਰਨਾਟਕ, यूपी, महाराष्ट्र ਤੇ ਬਿਹਾਰ। ਇਹਨਾਂ ਵਿੱਚ ਜਿਹੜੀ ਹੈ ਵਿਧਾਨ ਪਰਿਸ਼ਦ ਲਾਗੂ ਹੈ। ਇਹ ਕੁਐਸਚਨ ਸੀ ਅੱਜ ਦੇ ਰਾਜਪਾਲ ਨਾਲ ਸੰਬੰਧਿਤ। ਠੀਕ ਹੈ, ਅੱਜ ਦੇ ਕੁਐਸਚਨ ਤੁਹਾਨੂੰ ਕਿਵੇਂ ਲੱਗੀ? ਲਾਈਕ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਠੀਕ ਹੈ, ਕਮੈਂਟ ਵੀ ਕਰਿਆ ਕਰੋ ਤੁਹਾਨੂੰ ਵੀਡੀਓ ਜਿਹੜੀ ਕਿਵੇਂ ਲੱਗੀ, ਜਾਂ ਫਿਰ ਕੋਈ ਗਲਤੀ ਹੋਈ ਤਾਂ ਤੁਸੀਂ ਪੁੱਛ ਸਕਦੇ ਹੋ ਕਿ ਇਹ ਕੁਐਸਚਨ ਜਿਹੜਾ ਨਹੀਂ ਸਮਝ ਆਇਆ, ਇਹਦੇ ਵਿੱਚ ਡਾਊਟ ਨੇ। ਠੀਕ ਹੈ, ਇਸ ਦੇ ਵਿੱਚ ਤੁਹਾਨੂੰ ਕੋਈ ਰੁਕਾਵਟ ਨਹੀਂ ਹੈਗੀ। ਓਕੇ, ਅੱਜ ਦਾ ਸੈਸ਼ਨ ਇੰਨਾ ਹੀ। ਕੱਲ੍ਹ ਆਪਾਂ ਕਰਾਂਗੇ ਵਿਧਾਨ ਸਭਾ ਬਾਰੇ। ਓਕੇ, ਬਾਏ।